ਦਿੱਤਾ ਕਿ ਤੁਹਾਨੂੰ ਜੋ ਵੀ ਸਾਡੇ ਭੈਣ ਭਰਾਵਾਂ ਵਿੱਚ ਜੋ ਵੀ ਖੁਦਾ ਅੱਜ ਗੱਲਬਾਤ ਕਰੇ, ਸਾਰਿਆਂ ਦੇ ਹਿਰਦਿਆਂ ਵਿੱਚ ਕੰਮ ਕਰੇ ਪਵਿੱਤਰ ਵਚਨ। ਅਸੀਂ ਜੋ ਵੀ ਭਜਨ ਸੁਣਿਆ ਕਿੰਨਾ ਵਧੀਆ ਭਜਨ ਗਾਇਆ ਗਿਆ। ਜਿਸ ਤਰ੍ਹਾਂ ਪਾਸਟਰ ਸਾਹਿਬ ਨੇ ਵੀ ਦੱਸਿਆ ਕਿ ਅਸੀਂ ਗਏ ਇੰਡੀਆ ਤੋਂ, ਉੱਥੇ ਕੀ ਕਹਿੰਦੇ ਸੀ, ਉਹੀ ਬਚਨ ਸੁਣਾਇਆ ਗਿਆ ਸਾਨੂੰ ਕਿ ਲਾੜੀਏ ਨਹੀਂ ਕਰ ਲਾ ਤਿਆਰੀਆਂ। ਦੇਖੋ ਖੁਦਾਵੰਦ ਸਾਡਾ ਆਉਣ ਵਾਲਾ ਜੋ ਕਿ ਬਚਨ ਕਹਿੰਦਾ ਕਿ ਬਲਕਿ ਕੀ ਆ, ਇਸ ਟਾਈਮ ਸਾਡੇ ਮੌਜੂਦ ਆ, ਸਾਡੇ ਮਤਲਬ ਕਿ ਪੂਰੀ ਤਿਆਰੀ ਦੇ ਵਿੱਚ ਆ ਪਰਮੇਸ਼ਵਰ ਆਉਣ ਵਾਲਾ। ਹੁਣ ਸਾਨੂੰ ਵੀ ਕੀ ਕਰਨਾ ਚਾਹੀਦਾ ਆ, ਤਿਆਰੀ ਦੇ ਵਿੱਚ ਰਹਿਣਾ ਚਾਹੀਦਾ ਆ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਸਮੇਂ ਦੀ ਕਦਰ ਕਰਨੀ ਚਾਹੀਦੀ ਆ। ਜੋ ਸਮਾਂ ਹੁਣ ਸਾਨੂੰ ਪਰਮੇਸ਼ਵਰ ਨੇ ਦਿੱਤਾ ਆ, ਠੀਕ ਹੈ, ਸਾਨੂੰ ਆਪਣੀ ਦੁਨੀਆ ਦੇ ਵਿੱਚ ਚੱਲਦੇ ਹੋਏ ਕੰਮ ਧੰਦੇ ਵੀ ਜ਼ਰੂਰੀ ਆ, ਪਰ ਸਭ ਤੋਂ ਕੀ ਆ ਕਿ ਸਾਨੂੰ ਆਪਣੇ ਸਵਰਗ ਰਾਜ ਦੇ ਲਈ ਤਿਆਰੀ ਕਰਨੀ ਬਹੁਤ ਹੀ ਜ਼ਰੂਰੀ ਹੈ। ਹੁਣ ਆਪਾਂ ਪਰਮੇਸ਼ਵਰ ਦਾ ਬਚਨ ਦੇਖਦੇ ਆ, ਮੱਤੀ ਦੇ ਵਿੱਚ ਦੇਖਾਂਗੇ, ਮੱਤੀ 7 ਦੇ ਵਿੱਚ ਦੇਖਾਂਗੇ ਕਿ ਪਰਮੇਸ਼ਵਰ ਸਾਨੂੰ ਕੀ ਕਹਿ ਰਹੇ ਆ। ਪਰਮੇਸ਼ਵਰ ਦਾ ਬਚਨ ਜੋ ਸਾਨੂੰ ਦੱਸ ਰਿਹਾ ਕਿ ਪਰਮੇਸ਼ਵਰ ਜੀ ਸਾਨੂੰ ਕਹਿੰਦੇ ਕਿ ਤੁਸੀਂ ਕੀ ਕਰੋ, ਤੁਸੀਂ ਦੋਸ਼ ਲਾਉਣ ਵਾਲੇ ਨਾ ਹੋਵੋ। ਕਈ ਵਾਰੀ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਇਦਾਂ ਦੀਆਂ ਕਠੋਰ ਕਰ ਲੈਂਦੇ ਮਨਾਂ ਨੂੰ, ਅਸੀਂ ਇੱਕ ਦੂਜੇ ਦੇ ਦੋਸ਼ ਬਹੁਤ ਜਲਦ ਲਾਉਂਦੇ ਆ। ਨੰਬਰ 2 ਤੇ ਅਸੀਂ ਸਹਿਣ ਸ਼ਕਤੀ ਸਾਡੇ ਵਿੱਚ ਨਹੀਂ ਹੈ ਜੋ ਕਿ ਸਾਡੇ ਪਰਮੇਸ਼ਵਰ ਵਿੱਚ ਬਹੁਤ ਸੀ। ਸਾਡੇ ਪਰਮੇਸ਼ਵਰ ਨੂੰ ਕਿੰਨੇ ਲੋਕਾਂ ਨੇ ਧੱਕੇ ਮਾਰੇ, ਠੱਠਿਆਂ ਕੀਤਾ, ਗਾਲਾਂ ਕੱਢੀਆਂ। ਸਾਡੇ ਪਰਮੇਸ਼ਵਰ ਨੇ ਅੱਜ ਤੱਕ ਕਿਸੇ ਨੂੰ ਵੀ ਕੋਈ ਮੂੰਹ ਦੇ ਵਿੱਚੋਂ ਮਾੜਾ ਸ਼ਬਦ ਨਹੀਂ ਬੋਲਿਆ, ਕਿਉਂਕਿ ਪਰਮੇਸ਼ਵਰ ਦਾ ਵਚਨ ਅੱਜ ਸਾਨੂੰ ਦੱਸਦਾ ਕਿ ਤੁਸੀਂ ਵੀ ਕਿਸ ਤਰ੍ਹਾਂ ਦੇ, ਤੁਹਾਡੀ ਰੰਗਤ, ਤੁਹਾਡੇ ਉੱਤੇ ਪਰਮੇਸ਼ਵਰ ਦਾ ਉਹੀ ਰੰਗ ਹੋਣਾ ਚਾਹੀਦਾ ਹੈ। ਸਾਡੇ ਅੰਦਰ ਇਸੇ ਤਰ੍ਹਾਂ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਕਰਦਾ, ਦੱਸਦਾ, ਦੋਸ਼ ਨਾ ਲਾਓ, ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਨਾ ਲਾਇਆ ਜਾਵੇ, ਕਿਉਂਕਿ ਜਿਸ ਨਾਮ ਨਾਲ ਤੁਸੀਂ ਦੋਸ਼ ਲਾਉਂਦੇ ਹੋ ਉਸੇ ਨਾਲ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ। ਜਿਸ ਮੇਪ ਨਾਲ ਕਹਿੰਦੇ ਮਾਪਦੇ ਆ, ਉਸੇ ਨਾਲ ਤੁਹਾਡੇ ਲਈ ਵੀ ਤੁਹਾਡਾ ਪਰਮੇਸ਼ਵਰ ਕੀ ਕਰੇਗਾ, ਫਿਰ ਮਾਪੇਗਾ। ਪਰਮੇਸ਼ਵਰ ਦਾ ਬਚਨ ਅੱਜ ਸਾਨੂੰ ਦੱਸਦਾ। ਕਈ ਵਾਰੀ ਕੀ ਹੁੰਦਾ ਕਿ ਅਸੀਂ ਸਾਡਾ ਕੰਮ ਚਰਚ ਵਿੱਚ ਅਸੀਂ ਹੋ ਰਿਹਾ ਤਾਂ ਘਰ ਵਿੱਚ ਜਾ ਕੇ ਹੋ ਰਿਹਾ। ਜਿਸ ਤਰ੍ਹਾਂ ਦੇ ਅਸੀਂ ਚਰਚ ਵਿੱਚ ਆ, ਉਸੇ ਤਰ੍ਹਾਂ ਦੇ ਅਸੀਂ ਆਪਣੀ ਦੀਨ ਦੁਨੀਆ ਵਿੱਚ ਚੱਲਦੇ ਹੋਏ ਵੀ ਉਸੇ ਤਰ੍ਹਾਂ ਦੇ ਹੋਣੇ ਚਾਹੀਦੇ ਹੋ, ਕਿਉਂਕਿ ਸਾਡਾ ਪਰਮੇਸ਼ਵਰ ਦਾ ਵਚਨ ਸਾਨੂੰ ਕਹਿੰਦੇ ਕਿ ਤੁਸੀਂ ਧਰਤੀ ਦਾ ਲੂਣ ਹੋ, ਤੁਸੀਂ ਕੀ ਆ, ਜੀਂਦੀਆਂ ਚਿੱਠੀਆਂ ਹੋ। ਜੇਕਰ ਅਸੀਂ ਪਰਮੇਸ਼ਵਰ ਦੇ ਜੀਂਦੇ ਚਿੱਠੀਆਂ ਆ ਤਾਂ ਅਸੀਂ ਕੀ ਆ, ਦੁਨੀਆ ਸਾਡੇ ਉੱਤੇ ਪੜੇ ਕਿ ਹਾਂ ਇਹ ਪਰਮੇਸ਼ਵਰ ਦੇ ਕੀ ਆ, ਲੋਕ ਹੋ। ਜੇ ਸਾਡੇ ਕੰਮ ਪਰਮੇਸ਼ਵਰ ਦੇ ਨਾਲ ਚੱਲਣ ਵਾਲੇ ਹੋਣਗੇ ਤਾਂ ਲੋਕ ਸਾਡੇ ਤੋਂ ਦੇਖ ਕੇ ਸਾਨੂੰ ਕਿ ਹਾਂ ਇਹ ਪਰਮੇਸ਼ਵਰ ਦੇ ਲੋਕ ਆ, ਅਸੀਂ ਵੀ ਇਸ ਤਰ੍ਹਾਂ ਦੇ ਬਣੀਏ। ਜੋ ਸਾਡੇ ਅੰਦਰ ਥੋੜੀਆਂ ਮੋਟੀਆਂ ਗਲਤੀਆਂ ਆ, ਪ੍ਰੋਬਲਮਾਂ ਜੋ ਸਾਡੀ ਜ਼ਿੰਦਗੀ ਦੇ ਵਿੱਚ ਆ, ਉਹਨਾਂ ਨੂੰ ਅਸੀਂ ਛੱਡ ਕੇ ਬਲਕਿ ਕੀ ਕਰੀਏ, ਅਸੀਂ ਵੀ ਪਰਮੇਸ਼ਵਰ ਵੱਲ ਚੱਲੀਏ। ਤਾਂ ਜੇਕਰ ਅਸੀਂ ਦੁਨੀਆ ਵਰਗੇ ਬਣੇ ਰਵਾਂਗੇ ਤਾਂ ਸਾਡਾ ਪਰਮੇਸ਼ਵਰ ਸਾਡੇ ਤੋਂ ਕੀ ਕਰੇਗਾ, ਘਿਣ ਕਰੇਗਾ, ਕਿਉਂਕਿ ਉਹਨਾਂ ਨੇ ਸਾਨੂੰ ਕਿਹਾ, ਪ੍ਰਭੂ ਯਿਸੂ ਜੀ ਨੇ ਕਿਹਾ, ਤੁਸੀਂ ਦੁਨੀਆ ਤੋਂ ਕੀ ਹੋ ਜਾਓ, ਅਲੱਗ ਹੋ ਜਾਓ। ਜੇ ਅਸੀਂ ਦੁਨੀਆ ਵਿੱਚੋਂ ਨਿਕਲਦੇ ਨਹੀਂਗੇ ਤਾਂ ਸਾਡਾ ਪਰਮੇਸ਼ਵਰ ਕੀ ਕਰੇਗਾ, ਸਾਡੇ ਤੋਂ ਘਿਣ ਕਰੇਗਾ। ਜੇ ਸਾਡਾ ਪਰਮੇਸ਼ਵਰ ਸਾਡੇ ਤੋਂ ਘਿਣ ਕਰਨ ਲੱਗ ਪਏ ਤਾਂ ਅਸੀਂ ਕਦੇ ਵੀ ਸਵਰਗ ਵਿੱਚ ਜਾ ਨਹੀਂ ਸਕਦੇ। ਇਸ ਕਰਕੇ ਖੁਦਾ ਦਾ ਵਚਨ ਅੱਜ ਸਾਨੂੰ ਦੱਸਦੇ ਆ ਕਿ ਤੁਸੀਂ ਦੋਸ਼ ਲਾਉਣ ਵਾਲੇ ਨਾ ਬਣੋ। ਜਿਸ ਤਰ੍ਹਾਂ ਮੇਰਾ ਟੌਪਿਕ ਤਾਂ ਚਲੋ ਹੋਰ ਸੀ, ਮੈਂ ਆਉਂਦਾ ਹੋਇਆ ਮੀਕਲ ਦੇ ਨਾਲ ਉਹੀ ਬਚਨ ਦੀ ਗੱਲ ਕਰਦੇ ਮੈਂ ਮੀਕਲ ਨੂੰ ਕਹਿ ਰਿਹਾ ਸੀ ਜੌਬ ਦੇ ਲਈ ਕਿ ਪਰਮੇਸ਼ਵਰ ਮੈਨੂੰ ਦੁਬਈ ਲੈ ਕੇ ਗਏ, ਮਤਲਬ ਕਿ 90 ਦੇ ਵਿੱਚ, ਤਾਂ ਉੱਥੇ ਮੈਂ ਇਸ ਤਰ੍ਹਾਂ ਕੀਤਾ ਕਿ ਕਿਉਂਕਿ ਸਾਨੂੰ ਸਾਰਿਆਂ ਨੂੰ ਮਤਲਬ ਕਿ ਜਦੋਂ ਅਸੀਂ ਸਾਡਾ ਪਰਮੇਸ਼ਵਰ ਦੇ ਨਾਲ ਮੇਲ ਮਿਲਾਪ ਰੱਖਣਾ ਚਾਹੁੰਦੇ ਆ, ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਘੁਟਨੇ ਪਰਮੇਸ਼ਵਰ ਦੇ ਅੱਗੇ ਟੇਕ ਕੇ ਪਰਮੇਸ਼ਵਰ ਨਾਲ ਗੱਲਬਾਤ ਕਰਨੀ ਚਾਹੀਦੀ ਆ। ਠੀਕ ਹੈ, ਇੱਥੇ ਕੰਮ ਤੋਂ ਬਹੁਤ ਘੱਟ ਟਾਈਮ ਆ, ਫਿਰ ਵੀ ਸਾਨੂੰ ਕੀ ਕਰਨਾ ਚਾਹੀਦਾ, ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਦੀ ਬਣਾ ਲੈਣਾ ਚਾਹੀਦਾ ਆ ਕਿ ਪਰਮੇਸ਼ਵਰ ਦੇ ਅੱਗੇ ਜਿੰਨਾ ਵੀ ਟਾਈਮ ਤੁਹਾਡੇ ਤੋਂ ਹੋ ਸਕਦਾ, ਸਵੇਰੇ ਜਿੰਨਾ ਵੀ ਟਾਈਮ ਹੋ ਸਕਦਾ, ਸ਼ਾਮ ਨੂੰ ਪਰਮੇਸ਼ਵਰ ਅੱਗੇ ਘੁਟਨੇ ਲਵਾ ਕੇ ਪਰਮੇਸ਼ਵਰ ਦੇ ਨਾਲ ਗੱਲਬਾਤ ਜ਼ਰੂਰ ਕਰੋ। ਜੇਕਰ ਤੁਸੀਂ ਪਰਮੇਸ਼ਵਰ ਨਾਲ ਮੇਲ ਮਿਲਾਪ ਰੱਖੋਗੇ ਤਾਂ ਪਰਮੇਸ਼ਵਰ ਤੁਹਾਡੇ ਸਾਰੇ ਮਨੋਰਥਾਂ ਨੂੰ ਪੂਰਾ ਕਰਦੇ ਜਾਣਗੇ। ਤੁਹਾਨੂੰ ਲੋੜ ਨਹੀਂ ਹੈ ਦੁਆਵਾਂ ਦੇ ਵਿੱਚ ਉਹ ਗੱਲਾਂ ਨੂੰ ਯਾਦ ਕਰਨ ਦੀ ਬਾਰ-ਬਾਰ।
बल्कि तुहाडा परमेश्वर कहंदा मैं तुहाडे मंगण तो पहले ही किया लैके खड़ा तुहाडे लई तुहानू जानदा हां कि तुहानू किहड़ियां वस्तां दी जरूरत है। इस करके अपनियां अपनियां जिंदगियां लई मैं यही हमेशा कहना हुंदा कि जदों भी तुसी जिंदगी विच परमेश्वर नू पहन लिया तां कदे भी की करो, कदे भी बार बार पिछे नू ना मुड़ो। देखो जे तां परमेश्वर दे वचन दे विच लिखिया कि ਜਿਹੜੇ मतलब कि कोड़ियां ਨੂੰ शुद्ध किया गया, कोड़ियां ਨੂੰ परमेश्वर ने शुद्ध किया, 10 ਨੂੰ ਵਿੱਚੋਂ ਕੀ ਹੋਇਆ, ਇੱਕ ਕੋੜੀ परमेश्वर ਦੇ ਕੋਲ ਆ, ਬਾਕੀ ਸਾਰੇ ਕੀ ਹੋ ਗਏ, ਪਿੱਛੇ ਮੁੜ ਗਏ। ਇਸ ਕਰਕੇ ਹਜੇ ਤੱਕ ਉਹ ਕੋੜ ਦੁਨੀਆ ਦੇ ਉੱਤੇ ਚੱਲਦਾ ਪਿਆ। ਜੇਕਰ ਉਹ ਵੀ ਕੋੜੀ परमेश्वर ਦੇ ਕੋਲ ਆ ਜਾਂਦੇ, ਉਸੇ ਤਰ੍ਹਾਂ ਚੱਲੀ ਜਾਂਦੇ, ਤਾਂ ਹੋ ਸਕਦਾ ਜੋ ਕੋੜ ਦੁਨੀਆ ਦੇ ਉੱਤੇ ਖਤਮ ਹੋ ਗਿਆ ਹੁੰਦਾ। ਇਸ ਕਰਕੇ ਜਦੋਂ ਆਪਾਂ ਪਾਪ ਦੇ ਵਿੱਚੋਂ ਨਿਕਲ ਆਉਂਦੇ ਆ, ਜਦੋਂ ਆਪਾਂ ਪਾਪ ਦੇ ਵਿੱਚੋਂ ਨਿਕਲ ਆਉਂਦੇ ਆ, ਫਿਰ ਦੁਬਾਰਾ ਉਸ ਪਾਪ ਵੱਲ ਨੂੰ ਨਾ ਦੇਖੋ। ਜਿਹੜੀ ਜ਼ਿੰਦਗੀ ਪਰਮੇਸ਼ਵਰ ਜੀ ਕਹਿੰਦੇ ਤੁਸੀਂ ਛੱਡ ਚੁੱਕੇ ਆ, ਦੀਨ ਦੁਨੀਆ ਦੇ ਕੰਮ ਛੱਡ ਚੁੱਕੇ ਆ, ਫਿਰ ਉਸ ਨੂੰ ਦੁਬਾਰਾ ਵਾਰ-ਵਾਰ ਨਾ ਦੇਖੋ। ਨਾ ਹੀ ਕਹਿੰਦਾ ਪਰਮੇਸ਼ਵਰ ਕਹਿੰਦਾ ਦੋਸ਼ ਲਾਉਣ ਵਾਲੇ ਬਣੋ। ਕਈ ਵਾਰੀ ਆਪਾਂ ਆਪਣੀਆਂ ਜ਼ਿੰਦਗੀਆਂ ਨੂੰ ਮਨਾਂ ਨੂੰ ਕਠੋਰ ਕੀਤਾ ਹੋਇਆ, ਕੋਈ ਮਾੜੇ ਜਿਹਾ ਵੀ ਕੰਮ ਕਰਦਾ ਤੇ ਆਪਾਂ ਦਵਾ ਦਵ ਚੱਕ ਕੇ ਉਹਦੇ ਉੱਤੇ ਦੋਸ਼ ਥੱਪ ਦਿੰਨੇ, ਇਹ ਕਿਹਨੇ ਕੀਤਾ, ਫਲਾਣੇ ਨੇ ਕੀਤਾ। ਨਹੀਂ, ਤੁਹਾਡਾ ਪਰਮੇਸ਼ਵਰ ਤੁਹਾਨੂੰ ਅੱਜ ਵੀ ਕਹਿੰਦਾ ਕਿ ਤੁਹਾਡੇ ਕੋਲ ਸਮਾਂ ਆ। ਜਦੋਂ ਪਰਮੇਸ਼ਵਰ ਦਾ ਸਮਾਂ ਨੇੜੇ ਆ, ਅੱਜ ਜਦੋਂ ਉਹ ਸਮਾਂ ਆ ਗਿਆ, ਤਾਂ ਆਪਣੀ ਇਹ ਗੱਲਾਂ ਜੋ ਕਿ ਇਹ ਦੁਆਵਾਂ ਵੀ ਸਾਡੀਆਂ ਨਹੀਂ ਸੁਣੀਆਂ ਜਾਣੀਆਂ, ਕਿਉਂਕਿ ਹੁਣ ਜੀਂਦੇ ਆ ਆਪਾਂ, ਜੀਂਦਿਆਂ ਦੀ ਧਰਤੀ ਦੇ ਉੱਤੇ ਆ, ਤਾਂ ਸਾਡਾ ਪਰਮੇਸ਼ਵਰ ਅੱਜ ਵੀ ਸਾਡੀ ਇਸ ਦੁਹਾਈ ਨੂੰ ਸੁਣਦਾ ਪਿਆ, ਤਾਂ ਇਹ ਸਾਡੀ ਦੁਆ ਨੂੰ ਸੁਣੇਗਾ ਕਿ ਪ੍ਰਭੂ ਸਾਨੂੰ ਮਾਫ ਕਰ। ਜਿੰਨੇ ਵੀ ਭੈਣ ਭਾਈ ਕੋਈ ਹਜੇ ਵੀ ਪਰਮੇਸ਼ਵਰ ਵਿੱਚ ਚੱਲਦੇ ਪਿੱਛੇ ਨੂੰ ਦੇਖਦੇ ਆ ਦੁਨੀਆ ਦੇ ਕੰਮਾਂ ਨੂੰ, ਤਾਂ ਉਹ ਪਰਮੇਸ਼ਵਰ ਆਪਣਾ ਉਹ ਗੱਲਾਂ ਨੂੰ ਪਸੰਦ ਨਹੀਂ ਕਰਦਾ। ਇਸ ਕਰਕੇ ਜਦੋਂ ਵੀ ਪਰਮੇਸ਼ਵਰ ਵਿੱਚ ਚੱਲਦੇ ਆ, ਤਾਂ ਇਸ ਲਈ ਪਰਮੇਸ਼ਵਰ ਦੇ ਵਿੱਚ ਜੀਂਦੀਆਂ ਚਿੱਠੀਆਂ ਬਣ ਜਾਓ, ਤਾਂ ਕਿ ਲੋਕ ਤੁਹਾਨੂੰ ਪੜਨ। ਤੁਹਾਡੇ ਪਰਮੇਸ਼ਵਰ ਦੀ ਬੜਾਈ ਇਸੇ ਤੋਂ ਹੁੰਦੀ ਆ। ਜਦੋਂ ਮੈਂ ਮੀਕਲ ਦੇ ਨਾਲ ਅੱਜ ਗੱਲ ਕਰ ਰਿਹਾ ਸੀ ਕਿ ਮੀਕਲ ਦੇਖੋ, ਕਦੀ ਕਦੀ ਆਪਣੇ ਜੌਬ ਤੇ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਆਪਾਂ ਨੂੰ ਕੋਈ ਮੈਨੇਜਰ ਦਾ ਕੋਈ ਵੀ ਗੁੱਸੇ ਗਿਲੇ ਨਾਲ ਬੋਲ ਦਿੰਦੇ ਆ, ਉਹਨਾਂ ਦਾ ਗੁੱਸਾ ਨਹੀਂ ਕਰਨਾ, ਬਲਕਿ ਕੀ ਕਰੋ, ਮਾਫ ਕਰਨ ਵਾਲੇ ਬਣੋ। ਦੁਬਈ ਦੇ ਵਿੱਚ ਮੈਂ ਗਿਆ, ਉੱਥੇ ਕੀ ਹੋਇਆ ਕਿ ਜੌਬ ਤੋਂ ਮੇਰੇ ਮੈਨੇਜਰ ਨਾਲ ਮੇਰਾ ਥੋੜਾ ਝਗੜਾ ਹੋ ਗਿਆ। ਮੈਂ ਫਿਰ ਵੀ ਸਵੇਰੇ ਸ਼ਾਮ ਦੁਆ, ਆਪਣਾ ਟਾਈਮ ਟੇਬਲ ਬਣਿਆ ਸੀ ਕਿ ਮੈਂ ਸਵੇਰੇ ਸ਼ਾਮ ਦੁਆ ਤੇ ਜ਼ਰੂਰ ਬੈਠ ਕੇ ਪਰਮੇਸ਼ਵਰ ਨਾਲ ਗੱਲ ਕਰਦਾ ਸੀ। ਉਹ ਮੇਰਾ ਮੈਨੇਜਰ ਸੀ ਜੋ ਕਿ ਮੇਰੀ ਕੋਈ ਕੰਮ ਦੇ ਉੱਤੇ ਕੋਈ ਗਲਤੀ ਨਹੀਂ ਸੀਗੀ, ਮਸ਼ੀਨ ਦੇ ਲਈ ਕਟਿੰਗ ਦਾ ਨਹੀਂ ਸੀਗਾ, ਪ੍ਰਿੰਟਿੰਗ ਪ੍ਰੈਸ ਵਿੱਚ ਮੈਂ ਕੰਮ ਕਰਦਾ ਹੁੰਦਾ ਸੀ। ਤਾਂ ਮੈਨੇਜਰ ਮੈਨੂੰ ਕਹਿੰਦਾ ਵੀ ਤੂੰ ਕੰਮ ਨਹੀਂ ਕੀਤਾ। ਮੈਂ ਕਿਹਾ ਸਰ ਵੀ ਉਹ ਮਤਲਬ ਕਿ ਕਟਿੰਗ ਨਹੀਂ ਹੋਈ, ਦੂਸਰੇ ਮਸ਼ੀਨ ਤੋਂ ਕੰਮ ਮੇਰੀ ਮਸ਼ੀਨ ਤੱਕ ਨਹੀਂ ਪਹੁੰਚਿਆ, ਇਸ ਕਰਕੇ ਨਹੀਂ। ਉਹ ਥੋੜਾ ਗੁੱਸੇ ਦੇ ਵਿੱਚ ਆਣ ਕੇ ਉਹਨਾਂ ਨੇ ਥੋੜਾ ਗੁੱਸੇ ਬੋਲਿਆ। ਫਿਰ ਵੀ ਮੈਂ ਦੁਆ ਤੇ ਆਣ ਕੇ ਕਿਹਾ ਪ੍ਰਭੂ ਇਹਨੂੰ ਕੀ ਕਰੋ, ਮਾਫ ਕਰੋ। ਪਰ ਸਾਡਾ ਪਰਮੇਸ਼ਵਰ ਕੀ ਕਹਿੰਦਾ, ਤੂੰ ਮਾਫ ਕਰੇਗਾ ਪਰ ਉਹਦਾ ਬਦਲਾ ਮੈਂ ਲਵਾਂਗਾ। ਬਿਲਕੁਲ। ਕੀ ਕੀਤਾ ਗਿਆ ਕਿ ਮੈਂ ਤਾਂ ਉਹਨੂੰ ਜ਼ਰੂਰ ਮਾਫ ਕਰ ਦਿੱਤਾ, ਪਰ ਸਾਡੇ ਪਰਮੇਸ਼ਵਰ ਨੇ ਉਸ ਗੱਲ ਨੂੰ ਕਿ ਉਹਨੇ ਕੀ ਕੀਤਾ, ਇਹਨੂੰ ਗਲਤ ਬੋਲਿਆ ਆ। ਉਹਨੂੰ ਇੱਕ ਦਿਨ ਐਸਾ ਹੋਇਆ ਕਿ ਸਾਡੀ ਪ੍ਰੈਸ ਵਿੱਚ, ਜੋ ਪ੍ਰਿੰਟਿੰਗ ਪ੍ਰੈਸ ਵਿੱਚ ਬਹੁਤ ਜੌਬ ਆਇਆ, ਉਹਦੇ ਕੋਲ ਪਤਾ ਨਹੀਂ ਕੀ ਗਲਤੀ ਨਾਲ ਜ਼ਿਆਦਾ ਲਿਖਿਆ ਗਿਆ, ਜੋ ਆਰਡਰ ਆਇਆ ਸੀਗਾ ਉਹ ਜ਼ਿਆਦਾ ਲਿਖਿਆ ਗਿਆ। ਤਾਂ ਇਸ ਕਰਕੇ ਸਾਡੇ ਮੈਨੇਜਰ ਨੇ, ਜੋ ਸਾਡਾ ਮਤਲਬ ਕਿ ਮਾਲਕ ਸੀ, ਉਸਨੇ ਚਾਹਿਆ ਕਿ ਇਹਨੇ ਚੀਟਿੰਗ ਕੀਤੀ ਹੈ, ਇਹਨੇ ਬੇਈਮਾਨੀ ਕਰਨੀ ਚਾਹੀਏ। ਜੋ ਕਿ ਪਰਮੇਸ਼ਵਰ ਨੇ ਦੋਸ਼ ਲਾਉਣਾ ਹੁੰਦਾ, ਤੁਹਾਡੀ ਜਿਹੜੀ ਉਹ ਦੁਆ ਦਾ, ਤੁਹਾਡੀਆਂ ਉਹ ਗੱਲਾਂ ਦਾ ਤੁਹਾਨੂੰ ਉੱਤਰ ਦੇਣਾ ਹੁੰਦਾ ਆ। ਤੁਸੀਂ ਮਾਂ ਪ੍ਰਭੂ ਕਹਿੰਦਾ ਤੂੰ ਨਾ ਇਹਦਾ ਬਦਲਾ ਲੈ, ਬਲਕਿ ਮੈਂ ਲਵਾਂਗਾ। ਇਹ ਆਪਣੀ ਜ਼ਿੰਦਗੀ ਵਿੱਚ ਰੱਖੋ ਜ਼ਰੂਰ ਕਿ ਜਦੋਂ ਵੀ ਸਾਨੂੰ ਕੋਈ ਮਾੜਾ ਕਰਦਾ, ਪਰਮੇਸ਼ਵਰ ਦੇ ਲਈ ਉਹਨੂੰ ਕੀ ਕਰ ਦਿਓ, ਮਾਫ ਕਰ ਦਿਓ। ਉਹ ਜਦੋਂ ਤੁਸੀਂ ਮਾਫ ਕਰਦੇ, ਬਲਕਿ ਤੁਹਾਡਾ ਪਰਮੇਸ਼ਵਰ ਨੇ ਜੋ ਤੁਹਾਡੇ ਨਾਲ ਵਾਅਦਾ ਕਰ ਲਿਆ ਨਾ ਕਿ ਇਹਦਾ ਬਦਲਾ ਮੈਂ ਲਵਾਂਗਾ, ਤਾਂ ਉਹ ਸਾਡਾ ਪਰਮੇਸ਼ਵਰ ਜ਼ਰੂਰ ਉਹ ਬਦਲਾ ਲੈਂਦਾ। ਇਸ ਕਰਕੇ ਜਦੋਂ ਮੈਂ ਉਸ ਨੂੰ ਮਾਫ ਕੀਤਾ, ਤਾਂ ਪ੍ਰਭੂ ਨੇ ਕੀ ਕੀਤਾ, ਉਹਦਾ ਬਦਲਾ ਮੈਂ ਤਾਂ ਮਾਫ ਕੀਤਾ, ਪਰ ਪਰਮੇਸ਼ਵਰ ਨੇ ਮਾਫ ਨਹੀਂ ਕੀਤਾ। ਪਰਮੇਸ਼ਵਰ ਨੇ ਕਿਹਾ ਇਹ ਤੇਰੇ ਅੱਖਾਂ ਦੇ ਸਾਹਮਣੇ ਮੈਂ ਇੱਕ ਰੋਜ਼ ਏਦਾਂ ਦਾ ਰਿਜ਼ਲਟ ਲਿਆਵਾਂਗਾ ਕਿ ਇਹਨੂੰ ਮੈਂ ਤੇਰੇ ਥੱਲੇ ਕਰਾਂਗਾ। ਕੀ ਹੋਇਆ ਕਿ ਇੱਕ ਰੋਜ਼ ਉਹਦਾ ਜਦੋਂ ਆਰਡਰ ਜ਼ਿਆਦਾ ਲਿਖਿਆ ਗਿਆ, ਉਹਦੇ ਤੋਂ 1.5 ਲੱਖ ਮਤਲਬ ਕਿ ਕੈਲੰਡਰ ਜ਼ਿਆਦਾ ਲਿਖਿਆ ਗਿਆ, ਤਾਂ ਉਸ ਨੂੰ ਜਦੋਂ ਰਬਾਬ ਨੇ ਕਿਹਾ, ਧੱਕੇ ਦੇ ਕੇ ਉਹਨੂੰ ਮਤਲਬ ਕਿਹਾ ਵੀ ਤੈਨੂੰ ਮੈਂ ਬਾਹਰ ਕਰ ਦੇਣਾ, ਤੂੰ ਚੀਟਿੰਗ ਕੀਤੀ, ਕਿ ਤੂੰ ਬੇਈਮਾਨੀ ਕਰਨੀ ਚਾਹੀ, ਉਹ ਪੈਸੇ ਤੂੰ ਆਪਣੀ ਜੇਬ ਵਿੱਚ ਪਾਉਣੇ ਚਾਹੇ ਆ। ਤਾਂ ਉਸਨੇ ਇੱਕ ਰੋਜ਼ ਉਸ ਨੂੰ ਵਾਰਨਿੰਗ ਦਿੱਤੀ ਗਈ ਵੀ ਤੂੰ ਕੰਪਨੀ ਬਾਹਰ ਦੇਖ ਲੈ, ਨਹੀਂ ਤਾਂ ਤੈਨੂੰ ਅਸੀਂ ਇੱਥੋਂ ਕੱਢ ਦੇਣਾ।
मैं चर्च तो आ रहा सी, इसे तरह बचन मेरे हथ विच सी, ਤਾਂ ਉਹ ਥੱਲੇ ਮੇਰੀ ਥੱਲੇ ਬੇਸਮੈਂਟ ਦੇ ਜਿਹਦਾ ਥੱਲੇ ਬਿਲਡਿੰਗ ਦੇ ਥੱਲੇ ਖੜੇ ਸੀਗੇ, ਅਸੀਂ ਉੱਪਰ ਰਹਿੰਦੇ ਹੁੰਦੇ ਸੀ ਬਿਲਡਿੰਗ ਦੇ। ਮੈਨੂੰ ਕਹਿੰਦੇ ਰਜਿੰਦਰ ਬਾਈ ਮਸੀਹ, ਉੱਥੇ ਮਸੀਹ ਕਹਿੰਦੇ ਮਸੀਹ ਰੋਣ ਲੱਗ ਪਿਆ ਮੈਨੂੰ ਮੇਰੇ ਕੋਲ, ਕਹਿੰਦਾ ਮਸੀਹ ਦੇਖੋ ਮੇਰੇ ਨਾਲ ਕਿੰਨੀ ਮਾੜੀ ਹੋਈ ਕਿ ਮੈਂ ਕਿੰਨੀ ਇਮਾਨਦਾਰੀ ਨਾਲ ਇੱਥੇ ਕੰਪਨੀ ਵਿੱਚ ਕੰਮ ਕਰਦਾ ਆ, ਪਰ ਕੀ ਹੋਇਆ ਕਿ ਮੇਰੇ ਕੋਲ ਜੋ ਆਰਡਰ ਲਿਖਿਆ ਗਿਆ ਮੈਨੂੰ ਖੁਦ ਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ। ਕੀ ਹੋਇਆ ਕਿ ਰਵਾਬ ਨੇ ਮੈਨੂੰ ਵਾਰਨਿੰਗ ਲੈਟਰ ਦੇਤਾ ਕਿ ਤੂੰ ਕੰਪਨੀ ਲੱਭ ਲੈ, ਨਹੀਂ ਤਾਂ ਤੈਨੂੰ ਕੰਪਨੀ ਚੋਂ ਇੰਡੀਆ ਮਤਲਬ ਕਿ ਕੈਂਸਲ ਕਰ ਦੇਣਾ। ਮੈਨੂੰ ਮੇਰੇ ਕੋਲ ਜਦੋਂ ਰੋਇਆ ਮੇਰੇ ਸੱਚੀ ਮਨ ਨੂੰ ਬੜਾ ਦੁੱਖ ਲੱਗਾ, ਕਿਉਂਕਿ ਸਾਡੇ ਮਨ ਕਿਹੋ ਜਿਹੇ ਹੋਣੇ ਚਾਹੀਦੇ ਆ, ਮਸੀਹ ਵਾਲੇ ਮਨ ਹੋਣੇ ਚਾਹੀਦੇ ਆ। ਕਠੋਰ ਮਨਾਂ ਨੂੰ ਪਰਮੇਸ਼ਵਰ ਪਸੰਦ ਨਹੀਂ ਕਰਦਾ। ਜੋ ਪਰਮੇਸ਼ਵਰ ਜੀ ਨੇ ਬਾਣੀ ਦੇ ਵਿੱਚ ਲਿਖ ਦਿੱਤਾ ਕਿ ਤੂੰ ਆਪਣਾ ਪੱਥਰ ਦਾ ਦਿਲ ਕੱਢ ਕੇ ਮਾਸ ਦਾ ਦਿਲ ਮੇਰੇ ਤੋਂ ਲੈ ਲਓ। ਜੇ ਆਪਾਂ ਮਾਸ ਦਾ ਦਿਲ ਆਪਣੇ ਮਨਾਂ ਦੇ ਅੰਦਰ, ਤਾਂ ਆਪਾਂ ਹਰ ਕਿਸੇ ਨੂੰ ਕੀ ਕਰਦੇ ਆ, ਮਾਫ ਕਰਦੇ ਆ। ਆਪਾਂ ਮਾਫ ਕਰਦੇ, ਸਾਡਾ ਪਰਮੇਸ਼ਵਰ ਸਾਨੂੰ ਉਹ ਗੱਲ ਦਾ ਜਵਾਬ ਜ਼ਰੂਰ ਦਿੰਦੇ ਆ, ਕਿਉਂਕਿ ਆਪਾਂ ਪਰਮੇਸ਼ਵਰ ਦੇ ਲਈ ਕਿਸੇ ਨੂੰ ਮਾਫ ਕਰਦੇ ਆ। ਕੀ ਹੋਇਆ ਕਿ ਜਦੋਂ ਉਸਨੇ ਮੇਰੇ ਕੋਲ ਰੋਇਆ ਮੈਨੂੰ ਸੱਚੀ ਬਹੁਤ ਦੁੱਖ ਲੱਗਾ। ਮੈਂ ਸ਼ਾਮ ਨੂੰ ਜਦੋਂ ਫੇਰ ਪ੍ਰੇ ਤੇ ਬੈਠਾ, ਮੈਂ ਕਿਹਾ ਪ੍ਰਭੂ ਮੈਂ ਦਿਲ ਤੋਂ ਇਸ ਭਾਈ ਨੂੰ ਮਾਫ ਕੀਤਾ, ਤੁਸੀਂ ਵੀ ਇਹਨੂੰ ਕੀ ਕਰੋ, ਮਾਫ ਕਰ ਦਿਓ। मैं माफ किया तो प्रभु ने भी की। तीसरे दिन उसनु फिर लेटर आ गया कंपनी वालों, हाँ तू अपनी जॉब ते चालू हो जा। फिर उसने मैनू मिल के क्या, देखो वो एक भाई मुसलमान भाई सीगा, ਉਹਨੇ फिर भी क्या तू अपने परमेश्वर अगे की करी, दुआ करी। ਉਹਨੇ ਕਿਹਾ ਮਸੀਹ ਮੇਰੇ ਲਈ ਕੀ ਕਰੀ, ਆਪਣੇ ਪਰਮੇਸ਼ਵਰ ਅੱਗੇ ਦੁਆ ਕਰੀ ਕਿ ਮੈਨੂੰ ਕੰਪਨੀ 'ਚ ਰੱਖਿਆ ਜਾਵੇ। ਸੱਚਮੁੱਚ ਤੀਸਰੇ ਦਿਨ ਮੈਂ ਕਿਹਾ ਜ਼ਰੂਰ ਹੋਵੇਗਾ ਭਾਜੀ ਧਰਨਾ, मैं क्या जरूर इसे तरह ਤੁਹਾਡੇ ਨਾਲ ਹੋਵੇਗਾ। ਉਹ ਇਸੇ ਤਰ੍ਹਾਂ ਨੂੰ ਤੀਸਰੇ ਚੌਥੇ ਦਿਨ ਲੈਟਰ ਆਇਆ ਤਾਂ ਬੜਾ ਖੁਸ਼ ਹੋ ਕੇ ਮੇਰੇ ਕੋਲ ਆਇਆ ਕਿ ਰਜਿੰਦਰ ਕਹਿੰਦਾ ਮੈਨੂੰ ਆ ਲੈਟਰ ਆ ਗਿਆ, ਮੈਂ ਕੰਪਨੀ ਵਿੱਚ ਹੁਣ ਮਤਲਬ ਕਿ ਕੰਮ ਕਰ ਸਕਦਾ। ਮੈਂ ਫੇਰ ਪ੍ਰਭੂ ਦਾ ਧੰਨਵਾਦ ਕੀਤਾ। ਇਸ ਲਈ ਇੱਕ ਵਾਰੀ ਮੇਰੇ ਤੋਂ ਬਹੁਤ ਵੱਡਾ ਕੰਮ ਮਤਲਬ ਕਿ ਨੁਕਸਾਨ ਹੋ ਗਿਆ ਕੰਪਨੀ ਵਿੱਚ ਕੰਮ ਦੇ ਉੱਤੇ। ਫੇਰ ਵੀ ਉਹਨੇ ਇਹ ਚਾਹਿਆ ਕਿ ਜੇਕਰ ਮੈਂ ਇਸ ਕੰਮ ਨੂੰ ਇਹਦੇ ਉੱਤੇ ਥੰਮਾਂਗਾ, ਥੱਪ ਦਵਾਂਗਾ, ਇਹਦਾ ਨੁਕਸਾਨ ਹੋਵੇਗਾ, ਹੋ ਸਕਦਾ ਇਹਦਾ ਪਰਮੇਸ਼ਵਰ ਮੇਰੇ ਤੇ ਹੋਰ ਨਾ ਕੋਈ ਵੱਡਾ ਕਸ਼ਟ ਲਿਆਵੇ। ਇਸ ਲਈ ਜੇਕਰ ਆਪਾਂ ਪਰਮੇਸ਼ਵਰ ਦੇ ਨਾਮ ਨੂੰ ਲੈ ਕੇ ਚੱਲਦੇ ਆ ਨਾ, ਤੁਹਾਡੇ ਵਿੱਚ ਦੀ ਪਰਮੇਸ਼ਵਰ ਦਾ ਨਾਮ ਦਿਸਣੇ ਚਾਹੀਦਾ। ਬਾਈਬਲ ਹੱਥ ਵਿੱਚ ਫੜੀ ਹੋਈ ਕੋਈ ਜ਼ਰੂਰੀ ਨਹੀਂ ਹੈ, ਬਲਕਿ ਤੁਹਾਡੇ ਅੰਦਰ ਪਰਮੇਸ਼ਵਰ ਦਾ ਗਿਆਨ ਹੋਣਾ ਚਾਹੀਦਾ, ਪਰਮੇਸ਼ਵਰ ਦਾ ਬਚਨ ਹੋਣਾ ਚਾਹੀਦਾ ਕਿ ਆਪਣਾ ਬੋਲ ਚਾਲ ਤੋਂ ਹੀ, ਕਹਿੰਦੇ ਨਾ ਕਿ ਇੱਕ ਭਜਨ ਆ ਕਿ ਤੇਰੇ ਬੋਲਣ ਤੋਂ ਚੱਲਣ ਤੋਂ ਹੀ ਕੀ ਹੋਵੇ, ਪਰਮੇਸ਼ਵਰ ਦੀ ਵਡਿਆਈ ਹੋਵੇ। ਜੇ ਆਪਣਾ ਬੋਲ ਚਾਲ ਲੋਕਾਂ ਦੇ ਵਿੱਚ ਮਿੱਠਾ ਆ, ਪਿਆਰਾ ਆ, ਤਾਂ ਉਹ ਦੇਖਦੇ ਆ ਕਿ ਵਾਕਈ ਇਹ ਪਰਮੇਸ਼ਵਰ ਦੇ ਕੀ ਆ, ਲੋਕ ਆ। ਇਸ ਕਰਕੇ ਪਰਮੇਸ਼ਵਰ ਦਾ ਬਚਨ ਅੱਜ ਸਾਨੂੰ ਦੱਸਦਾ, ਤੁਸੀਂ ਦੋਸ਼ ਲਾਉਣ ਵਾਲੇ ਨਾ ਬਣੋ, ਬਲਕਿ ਕੀ ਕਰੋ, ਮਾਫ ਕਰਨ ਵਾਲੇ ਬਣੋ। ਹੁਣ ਆਪਣਾ ਦੇਖਿਆ ਜਾਵੇ ਤਾਂ ਆਪਣੇ ਵਿੱਚੋਂ ਹੁਣ ਖੁਦਾ ਨੇ ਆਪਾਂ ਨੂੰ ਕਿਹੜਾ ਕੰਮ ਦੇ ਕੇ ਇਸ ਦੁਨੀਆ ਵਿੱਚ ਘੱਲਿਆ ਆ। ਪਰਮੇਸ਼ਵਰ ਨੇ ਆਪਾਂ ਨੂੰ ਇਸ ਦੁਨੀਆ ਦੇ ਵਿੱਚ ਜਿਹਦੇ ਗਵਾਹ ਬਣ ਕੇ ਪਰਮੇਸ਼ਵਰ ਦੇ ਆਪਾਂ ਆਏ ਆ। ਪਰਮੇਸ਼ਵਰ ਨੇ ਕਿਹਾ ਜਾਓ, ਜਾ ਕੇ ਲੋਕਾਂ ਨੂੰ ਕੀ ਕਰੋ, ਪਰਮੇਸ਼ਵਰ ਦਾ ਪੈਗਾਮ ਦੱਸੋ, ਪਰਮੇਸ਼ਵਰ ਦੀਆਂ ਗੱਲਾਂ ਦੱਸੋ ਕਿ ਪਰਮੇਸ਼ਵਰ ਸਾਡੇ ਲਈ ਕੀ ਹੋਇਆ, ਮਰ ਗਿਆ, ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਹੋਇਆ ਆ। ਇਸ ਕਰਕੇ ਅਸੀਂ ਆਪਣੇ ਆਪਣੇ ਕੰਮਾਂ ਵਿੱਚ, ਠੀਕ ਹੈ ਕੰਮਾਂ ਵਿੱਚ, ਜਿਸ ਤਰ੍ਹਾਂ ਉਸ ਦਿਨ ਸਿਸਟਰ ਜੀ ਕਹਿ ਰਹੇ ਸੀਗੇ, ਕੰਮਾਂ ਨੂੰ ਦੇਖੋ ਬਲਕਿ ਪਰਮੇਸ਼ਵਰ ਦੇ ਲਈ ਵੀ ਕੀ ਕਰੋ, ਤਿਆਰੀ ਕਰੋ। ਸਿਸਟਰ ਜੀ ਉਦੋਂ ਚੈਨ ਪ੍ਰੇ ਵਿੱਚ ਕਹਿ ਰਹੇ ਸੀਗੇ ਨਾ ਕਿ ਆਪਣੇ ਸਿਸਟਰ ਜੀ ਉਦੋਂ ਰੋ ਰੋ ਕੇ ਪਰਮੇਸ਼ਵਰ ਦੇ ਅੱਗੇ ਆਂਸੂ ਬਹਾ ਰਹੇ ਸੀਗੇ। ਕਿਹਦੇ ਲਈ? ਆਪਣੇ ਸਾਰਿਆਂ ਦੇ ਲਈ, ਕਿਉਂਕਿ ਉਹ ਪਰਮੇਸ਼ਵਰ ਦੇ ਦਾਸ ਆ, ਉਹਨਾਂ ਦੇ ਕੋਲੋਂ ਆਪਣਾ ਲੇਖਾ ਲਿਆ ਜਾਣਾ ਆ। ਇਸ ਕਰਕੇ ਉਹਨਾਂ ਦੇ ਦਿਲ, ਮਸੀਹ ਦਾ ਜਿਹੜਾ ਦਿਲ ਆ ਉਹਨਾਂ ਦੇ ਅੰਦਰ, ਮੋਮ ਦਾ ਦਿਲ ਆ, ਮਾਸ ਦਾ ਦਿਲ ਆ, ਇਸ ਕਰਕੇ ਉਹ ਆਪਣੇ ਲਈ ਕੀ ਕਰ ਰਹੇ ਸੀਗੇ, ਆਂਸੂ ਬਹਾ ਰਹੇ ਸੀਗੇ। ਹੋਰ ਲੋਕ ਆਪਣੇ ਲਈ ਆਂਸੂ ਨਹੀਂ, ਬਲਕਿ ਲੋਕ ਆਪਾਂ ਨੂੰ ਜਿੱਦਾਂ ਵੀ ਕਹਿ ਲੋ ਕਿ ਸਿੱਟਣਾ ਕੋਈ ਚਾਹੁੰਦਾ, ਕੋਈ ਕਿਸ ਤਰ੍ਹਾਂ ਕਰਨੇ ਚਾਹੁੰਦਾ। ਸਿਸਟਰ ਜੀ ਨੇ ਉਸ ਦਿਨ ਬਹੁਤ ਪਰਮੇਸ਼ਵਰ ਦੇ ਅੱਗੇ ਆਪਣੇ ਦੇ ਲਈ ਰੋ ਰੋ ਕੇ ਦੁਹਾਈ ਦਿੱਤੀ ਕਿ हे ਪ੍ਰਭੂ ਸਾਡੇ ਉੱਤੇ ਸਾਰਿਆਂ ਦੇ ਉੱਤੇ ਕਿਰਪਾ ਕਰ। ਇਸੇ ਕਰਕੇ ਪਰਮੇਸ਼ਵਰ ਦਾ ਬਚਨ ਅੱਜ ਸਾਨੂੰ ਇਹ ਹੀ ਕਹਿੰਦਾ ਕਿ ਤੁਸੀਂ ਕੀ ਕਰੋ, ਬਚਾਏ ਜਾਵੋ। ਹੁਣ ਜੇ ਆਪਣੇ ਵਿੱਚ ਦੇਖਿਆ ਜਾਵੇ ਤਾਂ ਕਿੰਨੇ ਕੋਈ ਭੈਣ ਭਰਾ ਜਿਹਨੇ ਰੂਹਾਂ ਨੂੰ ਬਚਾਇਆ, ਇੱਕ ਰੂਹ, ਦੋ ਰੂਹ, ਤਿੰਨ ਰੂਹ, ਕੋਈ ਭੈਣ ਭਰਾ ਇਹਨੇ ਵਿੱਚ, ਚਲੋ ਜਿੰਨੇ ਵੀ ਆਪਾਂ ਹੈਗੇ, ਕਿੰਨੇ ਵੀ ਕੋਈ ਭੈਣ ਭਰਾ ਹੈ ਜਿਸ ਨੇ ਪਰਮੇਸ਼ਵਰ ਦਾ ਬਚਨ ਦੇ ਕੇ ਕੋਈ ਵੀ ਪਰਮੇਸ਼ਵਰ ਲਈ ਫਲ ਲੈ ਕੇ ਕੋਈ ਹੈ ਜਿਸ ਨੇ ਪਰਮੇਸ਼ਵਰ ਦੇ ਬਚਨ ਦੱਸ ਕੇ
ਕਿਸੇ ਵੀ ਰੂਹ ਨੂੰ ਪਰਮੇਸ਼ਵਰ ਦੀ ਵੱਲ ਮੋੜਿਆ ਨਹੀਂ ਹੈ ਨਾ। ਚਲੋ ਖੁਦਾ ਦੇ ਕਾਰਨ ਇਸ ਕਰਕੇ ਕਹਿਣ ਦਾ ਮੇਰਾ ਮਤਲਬ ਆ, ਜੇਕਰ ਪਰਮੇਸ਼ਵਰ ਨੇ ਸਾਡੀ ਡਿਊਟੀ ਲਾਈ ਆ, ਕਿਹੜੀ ਡਿਊਟੀ ਲਾਈ ਆਪਣੀ, ਕਿ ਜਾ ਕੇ ਆਪਾਂ ਦੁਨੀਆ ਦੇ ਵਿੱਚ ਪਰਮੇਸ਼ਵਰ ਦਾ ਕੀ ਕਰਨਾ, ਪ੍ਰਚਾਰ ਕਰਨਾ, ਪਰਮੇਸ਼ਵਰ ਦਾ ਪ੍ਰਚਾਰ ਕਰਨਾ ਕਿ ਦੁਨੀਆ ਦੇ ਉੱਤੇ ਸਮਾਂ ਬਹੁਤ ਨੇੜੇ ਆ। ਜਿਸ ਤਰ੍ਹਾਂ ਨੂਹ ਨਵੀ ਨੂੰ ਪਰਮੇਸ਼ਵਰ ਨੇ ਕਿਹਾ ਵੀ ਜਲ ਪਰਲੋ ਆਉਣ ਵਾਲੀ ਆ, ਜਾ ਕੇ ਕੀ ਕਰ, ਸ਼ਿਪ ਤਿਆਰ ਕਰ। ਉਹਨੇ ਤਿਆਰ ਕੀਤਾ ਤਾਂ ਕੀ ਹੋਇਆ, ਸੱਚਮੁੱਚ ਕੁਝ ਸਮਾਂ ਪਾ ਕੇ ਉਹ ਕੀ ਹੋਇਆ, ਨੇਰੀਆਂ ਤੂਫਾਨ ਆਏ ਤਾਂ ਕੀ ਹੋ ਗਿਆ, ਜਿਨ੍ਹਾਂ ਨੇ ਉਸ ਬਚਨ ਤੇ ਉਹਦੇ ਸ਼ਬਦਾਂ ਤੇ ਅਸਰ ਕੀਤਾ ਉਹ ਕੀ ਹੋਏ, ਬਚਾਏ ਗਏ। ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਕੀ ਹੋ ਗਏ, ਪਾਣੀ ਵਿੱਚ ਖਤਮ ਕੀਤੇ ਗਏ। ਇਸ ਕਰਕੇ ਅੱਜ ਵੀ ਖੁਦਾ ਦੇ ਖਾਦਮ ਸਾਨੂੰ ਕੀ ਕਹਿੰਦੇ ਆ, ਖੁਦਾ ਦੇ ਖਾਦਮ ਬਾਹਰੋਂ ਟਿਕਟਾਂ ਲਾ ਕੇ, ਖੁਦਾ ਦੇ ਖਾਦਮ ਬਾਹਰੋਂ ਪੈਸੇ ਲਾ ਕੇ ਆਣ ਕੇ ਬਚਨ ਕਰਦੇ ਆ ਕਿ ਸਾਡੇ ਲਈ ਦੁਆਵਾਂ ਕਰਦੇ ਰਾਤ ਦਿਨ, ਕੀ ਕਰੋ ਤੁਸੀਂ, ਬਚਾਏ ਜਾਓ। ਇਸ ਕਰਕੇ ਅੱਜ ਖੁਦਾ ਦਾ ਬਚਨ ਸਾਨੂੰ ਇਹ ਕਹਿੰਦਾ, ਤੁਸੀਂ ਦੋਸ਼ ਲਾਉਣ ਵਾਲੇ ਨਹੀਂ ਬਲਕਿ ਕੀ ਕਰੋ, ਮਾਫ ਕਰਨ ਵਾਲੇ ਹੋ ਜਾਓ। ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਬਲਕਿ ਮਾਫ ਦਾ ਦਿਲ ਮੇਰੇ ਤੋਂ ਲੈ ਲਓ। ਮਾਫ ਕਰੋਗੇ ਤਾਂ ਤੁਸੀਂ ਲੋਕਾਂ ਨੂੰ ਕੀ ਕਰੋਗੇ, ਮੇਰਾ ਬਚਨ ਸੁਣਾਓਗੇ। ਬਚਨ ਸੁਣਾਓਗੇ ਤਾਂ ਦੁਨੀਆ ਕੀ ਹੋਏਗੀ, ਬਚਾਈ ਜਾਏਗੀ। ਇਸ ਕਰਕੇ ਖੁਦਾ ਦੇ ਲੋਕੋ, ਇਸ ਲਈ ਮੈਂ ਕਹਿਣਾ ਕਿ ਆਪਣੇ ਮਨਾਂ ਨੂੰ ਬਿਲਕੁਲ ਕਠੋਰ ਨਹੀਂ ਬਲਕਿ ਮਾਫ ਦਾ ਦਿਲ ਪਰਮੇਸ਼ਵਰ ਕੋਲ ਲਵੋ। ਜਿਹੜੇ ਕੰਮਾਂ ਨੂੰ ਆਪਾਂ ਪਾਪ ਦੇ ਕੰਮਾਂ ਨੂੰ ਛੱਡ ਚੁੱਕੇ ਆ, ਦੁਬਾਰਾ ਉਸ ਕੰਮ ਦੇ ਵੱਲ ਕਦੇ ਵੀ ਨਾ ਪਰਤ ਕੇ ਦੇਖੋ, ਕਿਉਂਕਿ ਤੁਹਾਡਾ ਯਹੋਵਾ ਪਰਮੇਸ਼ਵਰ ਤੁਹਾਡੇ ਤੋਂ ਫੇਰ ਕੀ ਕਰੇਗਾ, ਕਹਿਣ ਕਰੇਗਾ। ਇੱਕ ਵਾਰੀ ਤੁਹਾਨੂੰ ਮਾਫ ਕਰੇਗਾ, ਦੋ ਵਾਰੀ ਮਾਫ ਕਰੇਗਾ, ਇੱਕ ਗਲਤੀ ਤੋਂ ਬਾਰ-ਬਾਰ ਤੁਹਾਡਾ ਪਰਮੇਸ਼ਵਰ ਤੁਹਾਨੂੰ ਮਾਫ ਨਹੀਂ ਕਰੇਗਾ ਬਲਕਿ ਫੇਰ ਉਹ ਤੈਨੂੰ ਕਹੇਗਾ, ਜਾਓ ਮੈਂ ਤੁਹਾਨੂੰ ਜਾਣਦਾ ਵੀ ਨਹੀਂ ਹਾਂ। ਇਸ ਕਰਕੇ ਪਰਮੇਸ਼ਵਰ ਨੇ ਸਾਰੀ ਸ੍ਰਿਸ਼ਟੀ ਪਰਮੇਸ਼ਵਰ ਨੇ ਬਣਾਈ ਆ, ਸਾਰੀ ਪਰਮੇਸ਼ਵਰ ਦੀ ਬਣਾਈ ਹੋਈ ਆ। ਜਿਹੜਾ ਵੀ ਪਰਮੇਸ਼ਵਰ ਦੇ ਬਚਨ, ਜਿਸ ਤਰ੍ਹਾਂ ਪਿਛਲੇ ਹਫ਼ਤੇ ਪਾਸਟਰ ਜੀ ਨੇ ਬਚਨ ਕੀਤਾ, ਪ੍ਰਭੂ ਦਾ ਬਚਨ ਕਹਿੰਦਾ, ਜਿਹੜਾ ਮੇਰੇ ਬਚਨ ਉੱਤੇ ਚੱਲਦਾ ਹੈ ਸੋਈ ਮੇਰੇ ਨਾਲ ਪਿਆਰ ਕਰਦਾ ਹੈ, ਸੋਈ ਮੇਰੇ ਹੁਕਮਾਂ ਤੇ ਜਿਹੜਾ ਚੱਲਦਾ ਉਹੀ ਮੇਰੇ ਨਾਲ ਹਿੱਤ ਕਰਦਾ ਤੇ ਮੇਰੇ ਨਾਲ ਪਿਆਰ ਕਰਦਾ ਹੈ। ਇਸ ਕਰਕੇ ਜਦੋਂ ਆਪਾਂ ਇੱਥੇ ਚਰਚ ਚ ਆ ਜਾਂਦੇ ਆ, ਜ਼ਰੂਰੀ ਇਹ ਨਹੀਂ ਕਿ ਇੱਥੇ ਆਪਾਂ ਦੁਆ ਕੀਤੀ ਆ ਤੇ ਘਰ ਜਾ ਕੇ ਪਰਮੇਸ਼ਵਰ ਦਾ ਬਚਨ ਕਦੀ ਖੋਲੀਏ ਨਾ ਕਦੀ ਪਰਮੇਸ਼ਵਰ ਦੇ ਅੱਗੇ ਦੁਆ ਕਰੀਏ। ਇਸ ਕਰਕੇ ਦੇਖੋ, ਮੈਂ ਪਿਛਲੇ ਹਫ਼ਤੇ ਵੀ ਆਪਣੀ ਗਵਾਹੀ ਦਿੱਤੀ ਸੀ ਕਿ ਮੇਰਾ ਕੋਈ ਵੀ ਇੱਥੇ ਆਉਣ ਦਾ ਕੋਈ ਵੀ ਇਰਾਦਾ ਨਹੀਂ ਸੀ। ਲੋਕ ਦੇਖੋ ਕਿੱਦਾਂ ਆਉਣਾ ਚਾਹੁੰਦੇ, ਆਪਣੀਆਂ ਪ੍ਰਾਪਰਟੀਆਂ ਨੂੰ ਵੇਚ ਕੇ ਕਿਸ ਤਰ੍ਹਾਂ ਤਰਲੇ ਕਰਦੇ ਪਏ ਵੀ ਅਸੀਂ ਵੀ ਕੀ ਕਰੀਏ, ਬਾਹਰ ਜਾਈਏ। ਪਰ ਮੇਰਾ ਸੱਚਮੁੱਚ ਆਉਣ ਦੀ ਕੋਈ ਵੀ ਯੋਜਨਾ ਨਹੀਂ ਸੀਗੀ, ਜੋ ਕਿ ਬੱਚਿਆਂ ਦੀ ਸੀਗੀ। ਚਲੋ ਖੁਦਾ ਨੇ ਇਹਨਾਂ ਦੀ ਆਵਾਜ਼ ਨੂੰ ਸੁਣਿਆ, ਪ੍ਰਭੂ ਨੇ ਇਹਨਾਂ ਨੂੰ ਜਵਾਬ ਦਿੱਤਾ। ਹੁਣ ਮੈਨੂੰ ਵੀ ਕੋਈ ਪਤਾ ਨਹੀਂ ਵੀ ਖੁਦਾ ਕਿਹੜੇ ਮਕਸਦ ਨਾਲ ਸਾਨੂੰ ਇੱਥੇ ਲੈ ਕੇ ਆਏ ਆ। ਮੈਂ ਇਹੀ ਕਹਿਣਾ ਕਿ हे ਪ੍ਰਭੂ, ਮੈਂ ਤਿਆਰ ਹਾਂ, ਜਿਹੜਾ ਤੁਸੀਂ ਕੰਮ ਮੇਰੀ ਜ਼ਿੰਦਗੀ ਚੋਂ ਲੈਣਾ ਚਾਹੁੰਦੇ ਆ ਚਾਲੂ ਕਰੋ ਤੇ ਮੈਂ ਤਿਆਰ ਹਾਂ। ਇਸ ਕਰਕੇ ਮੈਂ ਸਾਰੇ ਹੀ ਭੈਣ ਭਾਈਆਂ ਨੂੰ ਇਹ ਕਹਿਣਾ ਕਿ ਖੁਦਾ ਨੇ ਜੋ ਸਾਨੂੰ ਗਵਾਹ ਬਣਾ ਕੇ ਇਸ ਧਰਤੀ ਤੇ ਘੱਲਿਆ ਹੈ, ਗਵਾਹ ਬਣੋ, ਪਰਮੇਸ਼ਵਰ ਦੇ ਗਵਾਹ ਬਣੋ। ਠੀਕ ਹੈ, ਆਪਣੇ ਕੰਮ ਧੰਦੇ ਜ਼ਰੂਰ ਹੈ, ਪਰ ਪਰਮੇਸ਼ਵਰ ਦੇ ਲਈ ਇੱਕ ਜਗ੍ਹਾ ਮੁਕੱਰਰ ਕਰੋ ਜ਼ਰੂਰ। ਥੋੜੀ ਜਗ੍ਹਾ ਤੇ ਬੈਠ ਕੇ ਸਵੇਰੇ ਸ਼ਾਮ ਪਰਮੇਸ਼ਵਰ ਦਾ ਬਚਨ ਪੜੋ, ਪਰਮੇਸ਼ਵਰ ਦੇ ਨਾਲ ਗੱਲਬਾਤ ਕਰੋ, ਤਾਂ ਕਿ ਜਿਹੜੀਆਂ ਜ਼ਿੰਦਗੀਆਂ ਦੇ ਵਿੱਚ ਆਪਣੀਆਂ ਪ੍ਰੋਬਲਮਾਂ ਖੜ ਜਾਂਦੀਆਂ, ਪਹਾੜ ਬਣ ਜਾਂਦੀਆਂ, ਪਹਾੜ ਉਸ ਸਮੇਂ ਬਣਦੀਆਂ ਜਦੋਂ ਪਰਮੇਸ਼ਵਰ ਦਾ ਹੱਥ ਸਾਡੇ ਤੋਂ ਕੀ ਆ, ਦੂਰ ਆ। ਕਿਉਂਕਿ ਅਸੀਂ ਪਰਮੇਸ਼ਵਰ ਦੇ ਨਜ਼ਦੀਕ ਆਉਣਾ ਨਹੀਂ ਚਾਹੁੰਦੇ। ਅਸੀਂ ਚਰਚ ਵਿੱਚ ਆ ਜਾਂਦੇ ਆ, ਇੱਥੇ ਪਾਸਟਰ ਜੀ ਕੋ ਦੁਆਵਾਂ ਕਰਾ ਲੈਂਦੇ ਆ, ਬਚਨ ਸੁਣ ਜਾਂਦੇ ਆ, ਘਰ ਜਾ ਕੇ ਉਹ ਬਚਨ ਵੀ ਸਾਡੀ ਜ਼ਿੰਦਗੀ ਚੋਂ ਕੀ ਹੋ ਜਾਂਦਾ, ਦੂਰ ਹੋ ਜਾਂਦਾ। ਇੱਥੇ ਦੇ ਇੱਥੇ ਹੀ ਬਚਨ ਅਸੀਂ ਭੁੱਲ ਜਾਂਦੇ ਆ, ਪਰਮੇਸ਼ਵਰ ਤੋਂ ਅਸੀਂ ਦੂਰ ਚਲੇ ਜਾਂਦੇ, ਉਸੇ ਹੀ ਫੇਕ ਗੱਲਾਂ ਵਿੱਚ, ਉਸੇ ਯਾਰਾਂ ਦੋਸਤਾਂ ਦੇ ਕੰਮਾਂ ਵਿੱਚ। ਬਲਕਿ ਖੁਦਾ ਦਾ ਆਤਮਾ ਕਹਿੰਦਾ ਕਿ ਤੁਸੀਂ ਰੂਹਾਂ ਨੂੰ ਬਚਾਉਣ ਲਈ ਪ੍ਰਭੂ ਨੇ ਤੁਹਾਨੂੰ ਇੱਥੇ ਘੱਲਿਆ, ਤੁਹਾਨੂੰ ਫਲ ਦੇਣ ਲਈ ਘੱਲਿਆ ਗਿਆ। ਜਦੋਂ ਆਪਾਂ ਫਲ ਨਾ ਦਿੱਤਾ ਤਾਂ ਸਾਡਾ ਪਰਮੇਸ਼ਵਰ ਸਾਡੇ ਤੋਂ ਕੀ ਹੋ ਜਾਏਗਾ, ਨਿਰਾਸ਼ ਹੋਵੇਗਾ। ਸਾਨੂੰ ਮੁੜ ਕੇ ਸਾਡੇ ਲਈ ਉਹ ਦਰਵਾਜ਼ਾ ਜਿਹੜਾ ਸਵਰਗ ਦਾ ਦਰਵਾਜ਼ਾ ਬੰਦ ਕਰ ਦੇਗਾ। ਸਾਨੂੰ ਕਹੇਗਾ ਕਿ हे ਧਰਮੀਓ, ਮੈਂ ਤੁਹਾਨੂੰ ਜਾਣਦਾ ਵੀ ਨਹੀਂ। ਇਸ ਕਰਕੇ ਮੇਰੀ ਇਹੀ ਤੁਹਾਡੇ ਅੱਗੇ ਅੱਜ ਸਾਰੇ ਭੈਣ ਭਾਈਆਂ ਅੱਗੇ ਰਿਕੁਐਸਟ ਆ ਕਿ ਸਵੇਰੇ ਸ਼ਾਮ ਪਰਮੇਸ਼ਵਰ ਨਾਲ ਗੱਲ ਕਰੋ। ਜਿੰਨੇ ਵੀ ਤੁਹਾਡੇ ਦੋਸਤ ਆ, ਤੁਹਾਡੇ ਜੋ ਸੱਜਣ ਮਿੱਤਰ ਆ, ਜੋ ਵੀ, ਉਹਨਾਂ ਦੇ ਲਈ ਵੀ ਦੁਆ ਕਰਿਆ ਕਰੋ ਕਿ ਖੁਦਾ ਜੋ ਇਹ ਵੀ ਤੇਰੇ ਨੂਰ ਨੂੰ, ਤੇਰੇ ਬਚਨ ਨੂੰ ਜਾਣਨ ਵਾਲੇ ਹੋ ਜਾਣ। ਕਿਉਂਕਿ ਆਪਣੀ ਡਿਊਟੀ
ठीक है दुनिया के कामां विच पैसे धेले की जरूरत आ, वो भी जरूरी आ, वो भी करो बल के खुदा दे अगे रब दे अगे जरूर दुहाई दो कि प्रभु साडे सज्जना बेली जो भी यार दोस्त भैन भरा तेरे तो दूर आ वो भी तेरे नाम नू जानन वाले हो जाण। हुण आपां अगे देखांगे तो कहंदा प्रभु दे वचन च लिखिया 17 दे विच कहंदा इसे प्रकार हरेक अच्छा विरछ चंगा फल दिंदा पर माड़ा विरछ बुरा फल दिंदा है। ਜਦੋਂ ਸਾਡੇ ਕੋਲ ਪਰਮੇਸ਼ਵਰ ਦਾ ਬਚਨ ਹੈ ਤਾਂ ਅਸੀਂ ਕਦੇ ਵੀ ਮਾੜੇ ਕੰਮ ਨਹੀਂ ਕਰਦੇ, ਕਿਉਂਕਿ ਜਦੋਂ ਅਸੀਂ ਮਾੜਾ ਕੰਮ ਕਰਨ ਲੱਗਾਂਗੇ ਨਾ ਸਾਡਾ ਖੁਦਾ ਦਾ ਆਤਮਾ ਜੋ ਪਰਮੇਸ਼ਵਰ ਨੇ ਆਦੇ ਲਈ ਇੱਕ ਸਹਾਇਕ ਭੇਜਿਆ ਹੈ ਉਹ ਹਮੇਸ਼ਾ ਸਾਨੂੰ ਫਿਰ ਉੱਥੋਂ ਡਾਂਟੇਗਾ। ਜੇ ਆਪਾਂ ਪਰਮੇਸ਼ਵਰ ਦੇ ਨਜ਼ਦੀਕ ਆ ਤਾਂ ਫਿਰ ਪਰਮੇਸ਼ਵਰ ਨੇ ਸਾਡੇ ਲਈ ਕੀ ਘੱਲਿਆ ਹੋਇਆ ਇੱਕ ਇਸ ਧਰਤੀ ਤੇ ਪਵਿੱਤਰ ਆਤਮਾ ਸਾਡੇ ਲਈ ਸਹਾਇਕ। प्रभु जी जो इस धरती तो गए से ने कहा मैं जानता हाँ तो मैं तुहाडे लई की करदा एक सहायक भेजांगा जो साडे लई भेजिया होया प्रभु ने पवित्र आत्मा। जिदों आपां चंगे होके परमेश्वर दे कोल आण के माड़ा काम साडी कोई जिंदगी विच शैतान कराउण भी लगेगा ना साडा जेकर असी परमेश्वर दे अगे सवेरे शाम बहने आ दुआ प्रार्थना करदे आ परमेश्वर दे ना बचन नूं पढ़दे आ ਤਾਂ ਖੁਦਾ ਦਾ ਆਤਮਾ ਸਾਨੂੰ ਉਹ ਮਾੜੇ ਕੰਮ ਤੋਂ ਮੋੜਦਾ ਹੈ ਕਿਉਂਕਿ ਉਹ ਪਰਮੇਸ਼ਵਰ ਨੇ ਸਾਡੇ ਲਈ ਸਹਾਇਕ ਭੇਜਿਆ ਹੈ। ਹੋਰ ਜਿੱਦਾਂ ਆਪਾਂ ਘਰਾਂ ਤੋਂ ਆ ਚੁੱਕੇ ਆ ਇੱਥੇ ਕੁਝ ਕਿਸੇ ਦਾ ਮਾਂ-ਬਾਪ ਨਹੀਂ ਆ ਆਪਣੇ ਜੋ ਦਿਲ ਚਾਹੇ ਆਪਾਂ ਉਹ ਕਰਦੇ ਆ। ਇਸ ਕਰਕੇ ਜੇਕਰ ਸਾਡਾ ਮਾਂ-ਬਾਪ ਇੱਥੇ ਨਹੀਂ ਬਲਕਿ ਸਾਡਾ ਇੱਕ ਬਹੁਤ ਵੱਡਾ ਮਾਂ-ਬਾਪ ਇੱਥੇ ਹੈ ਪਰਮੇਸ਼ਵਰ ਖੁਦਾ ਸਾਡੇ ਲਈ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਪਵਿੱਤਰ ਆਤਮਾ ਇੱਥੇ ਹੈ। इस करके जिदों सानू असी कदे भी कोई माड़ा काम करन दे कोई भी शैतान सानू लेके जावेगा तां खुदा दा आत्मा सानू उथे कहेगा नहीं तुसी ये काम नहीं करना। इस करके खुदा दा आत्मा फिर ही साडे नाल होवेगा जे असी सवेरे शाम परमेश्वर दे नाल चलण वाले होवांगे परमेश्वर दे काम करन वाले होवांगे तां ही खुदा दा आत्मा साडे विच काम करेगा। सारे भैन भाइयों हालेलुया हालेलुया हालेलुया। बहुत अच्छा बचन रजिंदर ने दसिया किस तरह अपनी टेस्टमनी भी दसी उत्थे किस तरह होया कि सचमुच सानू जेड़ा माफ कर देना चाहिए। हालेलुया हालेलुया। बहुत सारे लोग साडे नाल खार खांदे आ बहुत सारे